जी आए ਨੂੰ प्यारे विद्यार्थियों 8वीं जमात की अंग्रेजी की किताब माई इंग्लिश कंपेनियन उसका लैसन नंबर 12 मार्को पोलो उसकी एक्टिविटी नंबर 8 जिसका सिरलेख है लर्निंग लैंग्वेज इस वीडियो करन जा रहे हाँ। सो तुसी नोटबुक ते पेन ले लो, सारे आंसर्स ਨੂੰ अपनी नोटबुक उतार लो ਅਤੇ ਫਿਰ ਬਾਅਦ ਵਿੱਚੋਂ एक्टिविटी ਨੂੰ बिना देखे आप करन ਦਾ ਅਭਿਆਸ ਕਰੋ। ਸੋ शुरू करिए। सो फ्यूचर कंटीन्यूअस टेंस cannot be changed into passive voice। ਇਹ ਬਚੋ ਨੋਟ ਹੈਗਾ, ਇਹ ਯਾਦ ਰੱਖਣਾ ਤੁਹਾਡੀ ਕਿਤਾਬ ਚੋਂ। ਜਿਹੜਾ ਫਿਊਚਰ ਕੰਟੀਨਿਊਅਸ ਟੈਂਸ, ਫਿਊਚਰ ਕੰਟੀਨਿਊਅਸ ਹੁੰਦਾ will be going, will be playing, will be eating, will be arriving। ਇਹਨਾਂ ਦਾ ਫਿਊਚਰ ਕੰਟੀਨਿਊਅਸ ਟੈਂਸ ਦਾ ਪੈਸਿਵ ਵੌਇਸ ਨਹੀਂ ਹੁੰਦਾ, ਇਹ ਯਾਦ ਰੱਖ ਲੈਣਾ ਤੁਸੀਂ, ਠੀਕ ਹੈ। ਹੁਣ ਇੱਥੇ ਅਸੀਂ ਗੱਲ ਕਰਾਂਗੇ ਰੂਲ ਫॉर ਚੇਂਜਿੰਗ ਐਕਟਿਵ ਵੌਇਸ ਟੂ ਪੈਸਿਵ ਵੌਇਸ ਫॉर ਪ੍ਰੈਜ਼ੈਂਟ ਪਰਫੈਕਟ ਟੈਂਸ। ਜਿੱਥੇ ਬੱਚੋ ਪਰਫੈਕਟ ਆ ਜਾਏ ਨਾ ਉੱਥੇ हैज़ हैव हैड ਹੁੰਦਾ, ਠੀਕ ਹੈ, ਹਮੇਸ਼ਾ ਯਾਦ ਰੱਖਣਾ। ਤੇ ਪ੍ਰੈਜ਼ੈਂਟ ਵਿੱਚ ਹੈਡ ਨਹੀਂ ਹੁੰਦਾ, हैज़ ਜਾਂ हैव ਹੁੰਦਾ। ਸੋ ਪ੍ਰੈਜ਼ੈਂਟ ਪਰਫੈਕਟ ਟੈਂਸ ਦਾ ਮਤਲਬ ਹੈ हैज़ हैव ਤੇ ਥਰਡ ਫਾਰਮ ਹੋਏਗੀ, ਜਿੱਦਾਂ ਆਈ ਹੈਵ ਈਟਨ ਮਾਈ ਲੰਚ, ਆਈ ਹੈਵ ਫਿਨਿਸ਼ਡ ਮਾਈ ਹੋਮਵਰਕ, हैव यू बीन टू दी मार्केट, ठीक है, या फिर हैव यू प्लेड द गेम। इस तरह ਜਿਹੜੇ ਹੁੰਦੇ ਨੇ ਜਿੱਥੇ हैज़ हैव ਆਵੇ ਉਹਨੂੰ ਅਸੀਂ ਕਹਿੰਦੇ ਆ ਪ੍ਰੈਜ਼ੈਂਟ ਪਰਫੈਕਟ ਟੈਂਸ। ਤੇ ਜਦੋਂ ਪ੍ਰੈਜ਼ੈਂਟ ਪਰਫੈਕਟ ਟੈਂਸ ਨੂੰ ਦੇ ਸੈਂਟੈਂਸ ਨੂੰ ਪੈਸਿਵ ਵੌਇਸ ਵਿੱਚ ਚੇਂਜ ਕਰਨਾ ਹੈ ਤੇ ਫਿਰ ਕੀ ਕਰੀਦਾ, ਨਾਲ ਬੀਨ ਲਗਾ ਦਈਦਾ। ਥਰਡ ਫਾਰਮ ਤੇ ਪਹਿਲਾਂ ਹੀ ਹੁੰਦੀ ਹੈ, हैज़ हैव ਦੇ ਨਾਲ ਥਰਡ ਫਾਰਮ ਆਂਦੀ ਹੀ ਹੈ, ਪਰ ਅਸੀਂ ਇਹ ਕਰਨਾ ਹੈ हैज़ और हैव ਦੇ ਵਿੱਚ ਅਸੀਂ ਬੀਨ ਜੋੜ ਦੇਣਾ ਹੈ। ਸੋ हैज़ हैव ਆਏਗਾ, ਫਿਰ ਬੀਨ ਆਏਗਾ ਤੇ ਥਰਡ ਫਾਰਮ ਆਏਗੀ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ, ਇਹ ਪੈਸਿਵ ਵੌਇਸ ਵਿੱਚ ਬਦਲਣ ਲਈ ਬੀਨ ਲੱਗ ਜਾਂਦਾ ਹੈ, BEEN। ਹੁਣ ਇਹ ਦੇਖੋ ਆਈ ਹੈਵ ਵਨ ਦੀ ਮੈਚ, ਜਿੱਦਾਂ ਅਸੀਂ ਪਹਿਲੇ ਕਰਦੇ ਆਏ ਹਾਂ ਸੈਂਟੈਂਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਲੈਣਾ ਹੈ। ਆਈ ਹੈਗਾ ਸਬਜੈਕਟ, ਦੀ ਮੈਚ ਹੈਗਾ ਆਬਜੈਕਟ ਤੇ ਹੈਵ ਵਨ ਹੈਗਾ ਵਰਬ। ਸੋ हैव वन ਤੇ ਬਣ ਜਾਏਗਾ हैज़ बीन वन। हैज़ बीन वन ਕਿਉਂ? ਕਿਉਂਕਿ ਮੈਚ ਇੱਕ ਵਚਨ ਹੈ ਤੇ ਇੱਕ ਵਚਨ ਦੇ ਨਾਲ हैज़ ਆਉਂਦਾ ਹੈ, ਇੱਕ ਵਚਨ ਦੇ ਨਾਲ हैव ਨਹੀਂ ਆਉਂਦਾ, ਠੀਕ ਹੈ। ਸੋ हैज़ बीन वन। ਦੀ ਮੈਚ ਇਹ ਪਹਿਲੇ ਆ ਗਿਆ, ਦੀ ਮੈਚ हैज़ बीन वन ਤੇ ਆਈ ਦਾ ਬਣ ਗਿਆ ਮੀ, ਮੋਰੇ ਲੱਗ ਜਾਏ ਬਾਏ ਮੀ। ਦੀ ਮੈਚ हैज़ बीन वन बाय मी। आई हैव वन द मैच, मैं मैच जित लिया है। दी मैच हैज़ बीन वन बाय मी, मेरे द्वारा मैच जितया जा चुका है। ਇਹਦਾ ਇਹ ਮਤਲਬ ਹੋਇਆ। ਅੱਗੇ ਚਲੀਏ, ਅਗਲਾ ਉਦਾਹਰਣ, ही हैज़ नॉट स्पोकन दी ट्रुथ, ਉਹਨੇ ਸੱਚ ਨਹੀਂ ਬੋਲਿਆ ਹੈ। हैज़ नॉट स्पोकन ਦਾ ਬਣ ਜਾਏਗਾ हैज़ नॉट बीन स्पोकन। ਇਹ ਤੇ ਬੱਚਿਓ ਇਹ ਤੇ ਬੜੇ ਸੌਖਾ ਹੈ ਕਿਉਂਕਿ ਥਰਡ ਫਾਰਮ ਪਹਿਲੇ ਲੱਗੀ ਹੁੰਦੀ ਹੈ। ਬਸ हैज़ नॉट बीन स्पोकन ਦਾ ਬਣ ਜਾਏਗਾ हैज़ नॉट बीन स्पोकन। ਦੀ ਟਰੁਥ ਚੱਕ ਕੇ ਇੱਥੇ ਆ ਜਾਏਗਾ ਤੇ ਹੀ ਦਾ ਬਣ ਜਾਏਗਾ ਹਿਮ, ਉਹ ਇੱਥੇ ਆ ਜਾਏਗਾ ਤੇ ਮੋਰੇ ਬਾਏ ਲੱਗ ਜਾਏਗਾ। ਦੀ ਟਰੁਥ हैज़ नॉट बीन स्पोकन बाय हिम, ठीक है। हैज़ शी रेड दी लेटर, ਹੁਣ ਇੰਟੈਰੋਗੇਟਿਵ ਹੈਗਾ। ਸੋ ਇੰਟੈਰੋਗੇਟਿਵ ਵਿੱਚ हैज़ ਜਾਂ है ਪਹਿਲੇ ਹੀ ਰਹੇਗਾ, ਫਿਰ ਆਏਗਾ ਆਬਜੈਕਟ हैज़ दी लेटर, हैज़ दी लेटर। रेड ਦਾ ਬਣ ਜਾਏਗਾ बीन रेड, बाय शी ਦਾ ਬਣ ਜਾਏਗਾ हर। हैज़ दी लेटर बीन रेड बाय हर। ऐसी तीन एग्जाम्पल ਹੁਣ ਆਏਗੀ ਸਾਡੀ ਐਕਸਰਸਾइज। सो एक्टिविटी 8 कहते चेंज दी वॉइस ऑफ दी फॉलोइंग सेंटेंसेस। हेठ लिखे सेंटेंसेस दी वॉइस चेंज करो। शी हैज़ टॉर्न माई बुक, टीयर टोर टॉर्न। टीयर मैंने अंदर फाड़ देना, टोर मैंने फाड़ दिता, टॉर्न हो जाएगी थर्ड फॉर्म। हुण उन्हें मेरी किताब फाड़ दिती है। हुण हैज़ टॉर्न का बन जाएगा हैज़ बीन टॉर्न ते माई बुक ऑब्जेक्ट है पहले आ जाएगा। सो माई बुक हैज़ बीन टॉर्न। शी का बन जाएगा हर, मोरे लग जाएगा बाय हर। स्टैप बाय स्टैप माई बुक हैज़ बीन टॉर्न बाय हर। प्यारे विद्यार्थियों, इसी चैनल के उत्ते एक प्लेलिस्ट हैगी है 8th ग्रामर, ਉਹਦੇ ਵਿੱਚ ਜਿਹੜੀ ਤੁਹਾਡੀ ਕਿਤਾਬ ਹੈ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ, ਉਹਦਾ ਚੈਪਟਰ ਨੰਬਰ 7 ਜਿਹੜਾ ਹੈ ਉਹ ਹੈ ਐਕਟਿਵ ਪੈਸਿਵ ਵੌਇਸ ਦਾ। ਉਹਦੇ ਵਿੱਚ ਕਰੀਬ 20 ਤੋਂ ਵੱਧ ਐਕਸਰਸਾਈਜ਼ਸ ਹਨ ਐਕਟਿਵ ਪੈਸਿਵ ਵੌਇਸ ਦੀਆਂ। ਉਹ ਸਾਰੀਆਂ ਮੈਂ ਹੱਲ ਕਰਕੇ ਵੀਡੀਓ ਬਣਾ ਕੇ ਪਾ ਦਿੱਤੀਆਂ ਹਨ।
ਤੇ ਤੁਸੀਂ ਉਹ 8th ਗ੍ਰਾਮਰ ਪਲੇਲਿਸਟ ਜਾ ਕੇ ਉਹ ਚੈਪਟਰ ਜਿਹੜੇ ਹੈਗੇ ਨੇ ਵੀਡੀਓਜ਼ ਹੈਗੇ ਨੇ 7 ਦੇ ਐਕਟਿਵ ਉਹ ਜ਼ਰੂਰ ਦੇਖੋ। ਉਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਉਦਾਹਰਨ ਐਕਟਿਵ ਪੈਸਿਵ ਵੌਇਸ ਦੇ ਹੱਲ ਕੀਤੇ ਹੋਏ ਸਮਝਾ ਕੇ ਪਾਏ ਹੋਏ ਮਿਲ ਜਾਣਗੇ। ਉਹਦੇ ਨਾਲ ਤੁਹਾਡਾ ਅਭਿਆਸ ਹੋਰ ਵਧੀਆ ਹੋ ਜਾਏਗਾ। ਠੀਕ ਹੈ। ਸੋ ਯੂ ਹੈਵ ਚੀਟਡ ਐਵਰੀਬਾਡੀ, ਤੁਸੀਂ ਤੂੰ ਹਰ ਕਿਸੇ ਨੂੰ ਧੋਖਾ ਦਿੱਤਾ ਹੈ। ਚੀਟ ਬਣਦਾ ਧੋਖਾ ਦੇਣਾ। ਤੂੰ ਹਰ ਕਿਸੇ ਨੂੰ ਧੋਖਾ ਦਿੱਤਾ ਹੈ। ਸੋ ਹੈਵ ਚੀਟਡ ਦਾ ਬਣ ਜਾਏਗਾ ਹੈਜ਼ ਬੀਨ ਚੀਟਡ। ਹੁਣ ਹੈਵ ਦਾ ਹੈਜ਼ ਕਿਉਂ ਬਣ ਗਿਆ? ਕਿਉਂਕਿ ਐਵਰੀਬਾਡੀ ਇੱਕ ਵਚਨ ਹੈ, ਐਵਰੀਬਾਡੀ ਇੱਕ ਵਚਨ ਹੈ ਤੇ ਉਹਦੇ ਨਾਲ ਹੈਜ਼ ਆਉਂਦਾ। ਸੋ ਹੈਜ਼ ਬੀਨ ਚੀਟਡ, ਐਵਰੀਬਾਡੀ ਇੱਥੇ ਆ ਗਿਆ ਤੇ ਯੂ ਦਾ ਬਣ ਜਾਏਗਾ ਯੂ ਹੀ ਰਹੇਗਾ, ਮੋਰੇ ਬਾਏ ਲੱਗ ਜਾਏਗਾ। ਸੋ ਐਵਰੀਬਾਡੀ ਹੈਜ਼ ਬੀਨ ਚੀਟਡ ਬਾਏ ਯੂ। ਠੀਕ ਹੈ। ਵੀ ਹੈਵ ਸੈਡ ਆਵਰ ਪ੍ਰੇਅਰਸ, ਅਸੀਂ ਆਪਣੀ ਅਰਦਾਸ ਕਰ ਲਈ ਹੈ। ਠੀਕ ਹੈ। ਤੇ ਇਹਦਾ ਪੈਸਿਵ ਵੌਇਸ ਕੀ ਬਣ ਜਾਏਗਾ? ਸਾਡੀ ਅਰਦਾਸ ਸਾਡੇ ਦੁਆਰਾ ਕਰ ਲਈ ਗਈ ਹੈ। ਸੋ ਹੈਵ ਸੈਡ ਦਾ ਬਣ ਜਾਏਗਾ ਹੈਵ ਬੀਨ ਸੈਡ, ਹੈਵ ਬੀਨ ਸੈਡ। ਪ੍ਰੇਅਰਸ, ਆਵਰ ਪ੍ਰੇਅਰਸ ਇੱਥੇ ਆ ਗਿਆ। ਵੀ ਦਾ ਬਣ ਗਿਆ ਅਸ, ਮੋਰੇ ਲੱਗ ਜਾਏਗਾ ਬਾਏ ਅਸ, ਬਣ ਗਿਆ ਆਵਰ ਪ੍ਰੇਅਰਸ ਹੈਵ ਬੀਨ ਸੈਡ ਬਾਏ ਅਸ। ਫਿਰ ਆ ਗਿਆ ਡੀ, ਸੀਮਾ ਹੈਜ਼ ਰਿਟਨ ਅ ਪੋਇਮ। ਪੋਇਮ ਹੁੰਦਾ ਕਵਿਤਾ। ਸੀਮਾ ਹੈਜ਼ ਰਿਟਨ ਅ ਪੋਇਮ ਅਰਥਾਤ ਸੀਮਾ ਨੇ ਇੱਕ ਕਵਿਤਾ ਲਿਖੀ ਹੈ। ਠੀਕ ਹੈ। ਸੋ ਹੈਜ਼ ਰਿਟਨ ਦਾ ਬਣ ਜਾਏਗਾ ਹੈਜ਼ ਬੀਨ ਰਿਟਨ। ਆ ਪੋਇਮ ਇੱਥੇ ਆ ਜਾਏਗਾ ਆ ਪੋਇਮ, ਸੋ ਬਣੇ ਆ ਪੋਇਮ ਹੈਜ਼ ਬੀਨ ਰਿਟਨ ਕਿਹਦੇ ਦੁਆਰਾ? ਬਾਏ ਸੀਮਾ ਤੇ ਮੋਰੇ ਲੱਗ ਜਾਏ ਬਾਏ, ਸੋ ਬਾਏ ਸੀਮਾ। ਆ ਪੋਇਮ ਹੈਜ਼ ਬੀਨ ਰਿਟਨ ਬਾਏ ਸੀਮਾ ਅਰਥਾਤ ਸੀਮਾ ਦੁਆਰਾ ਇੱਕ ਕਵਿਤਾ ਲਿਖੀ ਗਈ ਹੈ। ਇਹ ਹੋ ਗਿਆ ਪੈਸਿਵ ਵੌਇਸ ਦਾ ਅਰਥ। ਕਵਿਤਾ ਹੈਜ਼ ਮਿਸਡ ਦੀ ਬੱਸ, ਕਵਿਤਾ ਨੇ ਆਪਣੀ ਬੱਸ ਖੁੰਝਾ ਲਈ ਹੈ ਅਰਥਾਤ ਕਵਿਤਾ ਦੀ ਬੱਸ ਨਿਕਲ ਗਈ ਹੈ। ਠੀਕ ਹੈ। ਸੋ ਇਹਦਾ ਕੀ ਹੋ ਜਾਏਗਾ? ਹੈਜ਼ ਮਿਸਡ ਦਾ ਹੋ ਜਾਏਗਾ ਹੈਜ਼ ਬੀਨ ਮਿਸਡ। ਠੀਕ ਹੈ। ਕਿ ਦੀ ਬੱਸ ਇੱਥੇ ਆ ਜਾਏਗਾ। ਸੋ ਹੋ ਜਾਏਗਾ ਦੀ ਬੱਸ ਹੈਜ਼ ਬੀਨ ਮਿਸਡ। ਕਵਿਤਾ ਦੇ ਮੋਰੇ ਬਾਏ ਲੱਗ ਜਾਏਗਾ ਬਾਏ ਕਵਿਤਾ। ਦੀ ਬੱਸ ਹੈਜ਼ ਬੀਨ ਮਿਸਡ ਬਾਏ ਕਵਿਤਾ। ਠੀਕ ਹੈ। ਸ਼ੀ ਹੈਜ਼ ਨੋਟ ਸਟੋਲਨ ਮਾਈ ਕੈਮਰਾ, ਸਟੀਲ ਸਟੋਲ ਸਟੋਲਨ, ਸਟੀਲ ਬਣਾ ਚੋਰੀ ਕਰਨੀ। ਸ਼ੀ ਹੈਜ਼ ਨੋਟ ਸਟੋਲਨ ਮਾਈ ਕੈਮਰਾ, ਉਹਨੇ ਮੇਰਾ ਕੈਮਰਾ ਚੋਰੀ ਨਹੀਂ ਕੀਤਾ ਹੈ। ਠੀਕ ਹੈ। ਹੁਣ ਹੈਜ਼ ਨੋਟ ਸਟੋਲਨ ਦਾ ਬਣ ਜਾਏਗਾ ਹੈਜ਼ ਨੋਟ ਬੀਨ ਸਟੋਲਨ ਤੇ ਕੀ ਹੈ ਮਾਈ ਕੈਮਰਾ। ਸੋ ਮਾਈ ਕੈਮਰਾ ਹੈਜ਼ ਨੋਟ ਬੀਨ ਸਟੋਲਨ। ਸ਼ੀ ਦਾ ਬਣ ਜਾਏਗਾ ਹਰ, ਨਾਲ ਲੱਗ ਜਾਏਗਾ ਮੋਰੇ ਬਾਏ, ਸੋ ਬਾਏ ਹਰ। ਸੋ ਸੈਂਟੈਂਸ ਬਣ ਗਿਆ ਮਾਈ ਕੈਮਰਾ ਹੈਜ਼ ਨੋਟ ਬੀਨ ਸਟੋਲਨ ਬਾਏ ਹਰ, ਮੇਰਾ ਕੈਮਰਾ ਉਹਦੇ ਦੁਆਰਾ ਚੋਰੀ ਨਹੀਂ ਕੀਤਾ ਗਿਆ ਹੈ। ਠੀਕ ਹੈ। ਦੀ ਟੀਚਰ ਹੈਜ਼ ਨੋਟ ਸਕੋਲਡਡ ਅਸ, ਸਕੋਲਡ ਹੁੰਦਾ ਹੈ ਫਟਕਾਰ ਲਾਣੀ, ਝਟਕਾਂ ਮਾਰਨੀਆਂ, ਡਾਂਟਣਾ। ਦੀ ਟੀਚਰ ਹੈਜ਼ ਨੋਟ ਸਕੋਲਡਡ ਅਸ ਅਰਥਾਤ ਅਧਿਆਪਕ ਨੇ ਸਾਨੂੰ ਫਟਕਾਰ ਨਹੀਂ ਲਾਈ ਹੈ। ਠੀਕ ਹੈ। ਸੋ ਇਹ ਬਣ ਜਾਏਗਾ ਹੈਜ਼ ਨੋਟ ਸਕੋਲਡਡ ਦਾ ਕੀ ਬਣ ਜਾਏਗਾ ਹੈਵ ਨੋਟ ਬੀਨ ਸਕੋਲਡਡ ਅਸ। ਕਿਉਂ? ਕਿਉਂਕਿ ਅਸ ਜਿਹੜਾ ਹੈ ਇਹ ਬਣ ਜਾਏਗਾ ਵੀ ਤੇ ਵੀ ਹੈਗਾ ਬਹੁਵਚਨ ਤੇ ਨਾਲੇ ਵੈਸੇ ਵੀ ਆਈ ਦੇ ਨਾਲ ਵੀ ਦੇ ਨਾਲ ਹੈਵ ਲੱਗਦਾ, ਹੈਜ਼ ਨਹੀਂ ਲੱਗਦਾ। ਸੋ ਇਹ ਬਣ ਜਾਏਗਾ ਹੈਵ ਨੋਟ ਬੀਨ ਸਕੋਲਡਡ। ਠੀਕ ਹੈ। ਸੋ ਵੀ ਹੈਵ ਨੋਟ ਬੀਨ ਸਕੋਲਡਡ ਬਾਏ ਦੀ ਟੀਚਰ ਦੇ ਮੂਹਰੇ ਬਾਏ ਲੱਗ ਗਿਆ ਬਾਏ ਦੀ ਟੀਚਰ। ਵੀ ਹੈਵ ਨੋਟ ਬੀਨ ਸਕੋਲਡਡ ਬਾਏ ਦੀ ਟੀਚਰ ਅਰਥਾਤ ਅਸੀਂ ਅਧਿਆਪਕ ਦੁਆਰਾ ਨਹੀਂ ਫਟਕਾਰੇ ਗਏ ਹਾਂ। ਠੀਕ ਹੈ। ਅੱਗੇ ਚਲੀਏ। आई हैव नॉट टोल्ड दी इंटायर स्टोरी, स्टोरी मैंने कहानी, इंटायर मैंने सारी। आई हैव नॉट टोल्ड दी इंटायर स्टोरी अर्थात मैं सारी कहानी नहीं दसी, मैं सारी कहानी नहीं दसी है। सो हैव नॉट टोल्ड का बन जाएगा कि स्टोरी एक हैगी है। सो यह हो जाएगा हैज़ नॉट बीन टोल्ड। हैव नॉट टोल्ड का बन जाएगा हैज़ नॉट बीन टोल्ड की दी इंटायर स्टोरी। सो दी इंटायर स्टोरी इत्थे आ जाएगा दी इंटायर स्टोरी हैज़ नॉट बीन टोल्ड। ਤੇ ਆਈ ਹੈਗਾ ਉਹਦਾ ਬਣ ਜਾਏਗਾ ਮੀ, ਮੋਰੇ ਲੱਗ ਜਾਏ ਬਾਏ ਮੀ ਅਰਥਾਤ ਮੇਰੇ ਦੁਆਰਾ ਸਾਰੀ ਕਹਾਣੀ ਨਹੀਂ ਦੱਸੀ ਗਈ ਹੈ। ਠੀਕ ਹੈ। ਹੈਵ ਯੂ ਸੀਨ ਅ ਜ਼ੂ, ਜ਼ੂ ਦਾ ਮਤਲਬ ਹੁੰਦਾ ਚਿੜੀਆ ਘਰ। ਹੈਵ ਯੂ ਸੀਨ ਅ ਜ਼ੂ ਅਰਥਾਤ ਕੀ ਤੁਸੀਂ ਕੋਈ ਚਿੜੀਆ ਘਰ ਵੇਖਿਆ ਹੈ। ਸੋ ਹੁਣ ਇਹ ਬੱਚਿਓ ਕੀ ਹੈਗਾ ਇਹ ਕੁਐਸਚਨ ਮਾਰਕ ਹੈਗਾ ਇੰਟੈਰੋਗੇਟਿਵ ਹੈ। ਸੋ ਥੋੜਾ ਜਿਹਾ ਫਰਕ ਹੋਏਗਾ ਕਿ ਅਜ਼ੂ ਇਹ ਸਿੰਗਲ ਹੈਗਾ ਇੱਕ ਵਚਨ ਹੈ, ਸੋ ਹੈਜ਼ ਆਉਂਦਾ ਹੈ। ਸੋ ਹੈਜ਼ ਆ ਜ਼ੂ ਕਿਉਂਕਿ ਸਵਾਲ ਹੈਗਾ ਨਾ, ਸੋ ਇਸ ਕਰਕੇ
हैज़ बीन ਦੇ ਵਿੱਚ ਜਿਹੜਾ ਆਬਜੈਕਟਿਵ ਵਿੱਚ ਆ ਜਾਏਗਾ, हैज़ और बीन ਦੇ ਵਿੱਚ हैज़ आ जू बीन, फिर आ जाएगा सीन बाय यू, हैज़ आ जू बीन सीन बाय यू। ਬੱਚਿਓ ਤੁਹਾਨੂੰ ਪਹਿਲੇ ਵੀ ਕਿਹਾ ਜਿਹੜੇ ਇੰਟਰੋਗੇਟਿਵ ਵਾਲੇ ਹੈਗੇ ਨੇ ਉਹਨਾਂ ਦਾ ਤੁਹਾਨੂੰ ਬਾਕੀ ਸੈਂਟੈਂਸਿਸ ਨਾਲੋਂ ਦੁੱਗਣਾ ਤਿਗਣਾ ਅਭਿਆਸ ਕਰਨਾ ਪਏਗਾ, ਕਿਉਂਕਿ ਇਹ ਸੈਂਟੈਂਸ ਥੋੜੇ ਜਿਹੇ ਵੱਖਰੇ ਨੇ। ਤੇ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਚੈਪਟਰ 7 ਪਲੇਲਿਸਟ 8th ਗ੍ਰਾਮਰ, ਉਹਦੇ ਵਿੱਚ 20 ਤੋਂ ਉੱਪਰ ਐਕਸਰਸਾਈਜ਼ਿਸ ਹੈਗੀਆਂ, ਮੈਂ ਸਾਰੀਆਂ ਹੱਲ ਕੀਤੀਆਂ ਤੇ ਹਰ ਇੱਕ ਐਕਸਰਸਾਈਜ਼ ਵਿੱਚ ਕਿੰਨੇ ਕਿੰਨੇ ਸੈਂਟੈਂਸਿਸ ਹੈਗੇ ਨੇ। ਸੋ ਤੇ ਤੁਹਾਨੂੰ ਲੱਗਦਾ 100 150 ਸੈਂਟੈਂਸਿਸ ਦੀ ਅਭਿਆਸ ਕਰਨ ਨੂੰ ਮਿਲ ਜਾਏਗਾ, ਸੋ ਜ਼ਰੂਰ ਦੇਖਣਾ। ਫਿਰ ਆ ਗਿਆ हैज़ द टीचर मार्क्ड यू एबसेंट। ਮਾਰਕ ਐਬਸੈਂਟ ਹੁੰਦਾ ਬੱਚਿਓ ਗੈਰ ਹਾਜ਼ਰੀ ਲਗਾਉਣੀ। ਕੀ ਅਧਿਆਪਕ ਨੇ ਤੈਨੂੰ ਗੈਰ ਹਾਜ਼ਰ ਮਾਰਕ ਕਰ ਦਿੱਤਾ ਹੈ, ਜਾਂ ਕੀ ਅਧਿਆਪਕ ਨੇ ਤੈਨੂੰ ਗੈਰ ਹਾਜ਼ਰ ਮਤਲਬ ਕਿ ਰਜਿਸਟਰ ਵਿੱਚ ਪਾ ਦਿੱਤਾ ਹੈ। ਠੀਕ ਹੈ, ਸੋ ਇਹ ਹੁਣ ਬੱਚਿਓ ਹੈਜ਼, ਕਿਉਂਕਿ ਯੂ ਹੈ ਨਾ ਤੇ ਯੂ ਦੇ ਨਾਲ ਹੈਵ ਆਉਂਦਾ ਹੈ। ਸੋ ਕਿਉਂਕਿ ਸਵਾਲ ਹੈਗਾ ਤੇ ਹੈਜ਼ ਹੈਵ ਤੇ ਪਹਿਲੇ ਹੀ ਆਉਣਾ, ਸੋ ਹੈਵ ਤੇ ਆਏਗਾ ਹੀ। ਠੀਕ ਹੈ, ਫਿਰ ਮਾਰਕਡ ਦਾ ਬਣ ਜਾਏਗਾ ਬੀਨ ਮਾਰਕਡ, ਕਿਉਂਕਿ ਸਵਾਲ ਹੈਗਾ ਸੋ ਯੂ ਜਿਹੜਾ ਹੈ ਹੈਵ ਔਰ ਬੀਨ ਦੇ ਵਿੱਚ ਆ ਜਾਏਗਾ। ਸੋ ਹੈਵ ਯੂ ਬੀਨ ਮਾਰਕਡ, ਇਹ ਦੇਖੋ ਨਾ ਬਣੇਗਾ ਨਾ, ਮਾਰਕਡ ਦਾ ਬਣ ਜਾਏਗਾ ਬੀਨ ਮਾਰਕਡ ਤੇ ਹੈਵ ਪਹਿਲੇ ਹੀ ਆਉਣਾ ਹੈ ਤੇ ਯੂ ਹੈ। ਹੈਵ ਯੂ ਬੀਨ ਮਾਰਕਡ ਐਬਸੈਂਟ ਬਾਏ ਦੀ ਟੀਚਰ, ਬਾਏ ਦੀ ਟੀਚਰ। ਇਹ ਕੁਐਸਚਨ ਮਾਰਕ ਵਾਲੇ ਜਿਹੜੇ ਬੱਚੇ ਹੈਗੇ ਨੇ ਸੈਂਟੈਂਸਿਸ, ਇਹਨਾਂ ਨੂੰ ਤੁਸੀਂ ਬਾਰ-ਬਾਰ ਕੁਝ ਗੈਪ ਦੇ ਕੇ, ਜਿੱਦਾਂ ਅੱਜ ਅਭਿਆਸ ਕਰ ਲਿਆ 2-3 ਵਾਰ, ਫਿਰ ਹਫਤੇ ਬਾਅਦ ਫਿਰ ਅਭਿਆਸ ਕਰ ਲਿਆ, ਫਿਰ 15-20 ਦਿਨ ਬਾਅਦ ਫਿਰ ਅਭਿਆਸ ਕਰ ਲਿਆ। ਇਹ ਤਰੀਕਾ ਹੁੰਦਾ ਕੋਈ ਇਹੋ ਜਿਹੀ ਨਵੀਂ ਚੀਜ਼ ਨੂੰ ਆਪਣੇ ਜ਼ਿਹਨ ਵਿੱਚ ਪੱਕੇ ਕਰਨ ਦਾ, ਉਹਨੂੰ ਚੰਗੀ ਤਰ੍ਹਾਂ ਯਾਦਦਾਸ਼ਤ ਵਿੱਚ ਪੱਕਾ ਕਰਨ ਦਾ। ਸੋ ਅੱਜ ਕਰੋ, ਫਿਰ 24 ਘੰਟੇ ਦੇ ਅੰਦਰ ਇੱਕ ਵਾਰ ਹੋਰ ਕਰ ਲਓ, ਫਿਰ ਹਫਤੇ ਬਾਅਦ ਕਰੋ, ਫਿਰ 15-20 ਦਿਨ ਬਾਅਦ ਹੋਰ ਕਰੋ, ਅਤੇ ਬਾਅਦ 'ਚੋਂ ਫਿਰ ਜਦੋਂ ਤੁਹਾਨੂੰ ਟਾਈਮ ਮਿਲੇ ਇੱਕ ਅੱਧੀ ਵਾਰ ਹੋਰ ਕਰ ਲਓ। ਫਿਰ ਇਸ ਤਰ੍ਹਾਂ ਇਹ ਜਿਹੜੀ ਚੀਜ਼ ਹੈ ਉਹ ਪੱਕੀ ਹੋ ਜਾਂਦੀ ਹੈ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀ ਐਕਸਰਸਾਈਜ਼ ਨੰਬਰ ਐਕਟੀਵਿਟੀ ਨੰਬਰ 8, ਅਤੇ ਤੁਸੀਂ ਇਸੇ ਤਰ੍ਹਾਂ ਮਿਹਨਤ ਦੇ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਅਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।